गुड मॉर्निंग व्यूअर्स। ਅੱਜ ਆਪਾਂ ਦੇਖਾਂਗੇ ਐਸੈਟਸ ਔਰ ਲਾਇਬਿਲਿਟੀਜ਼ ਕੀ ਹੁੰਦੀਆਂ। ਆਪਾਂ ਪਿਛਲੇ ਲੈਕਚਰ 'ਚ ਦੇਖਿਆ ਸੀ ਅਕਾਊਂਟਿੰਗ ਟਰਮੀਨੋਲੋਜੀ ਦੇ ਵਿੱਚ ਕਿ ਬਹੁਤ ਸਾਰੀਆਂ ਆਪਾਂ ਟਰਮਸ ਪੜ੍ਹੀਆਂ ਸੀ, ਕੈਪੀਟਲ, ਡਰਾਇੰਗ, ਪਰਚੇਜ਼ ਰਿਟਰਨ, ਸੇਲ ਰਿਟਰਨ। ਤਾਂ ਉਹਨਾਂ ਦੇ ਵਿੱਚ ਹੀ ਨਾਮ ਆਏ ਸੀ ਐਸੈਟਸ ਔਰ ਲਾਇਬਿਲਿਟੀਜ਼। ਇਹਨਾਂ ਦਾ ਪੰਜਾਬੀ 'ਚ ਮਤਲਬ ਹੁੰਦਾ ਐਸੈਟਸ ਦਾ ਕੋਈ ਸੰਪत्तियाँ, ਲਾਇਬਿਲਿਟੀ ਦਾ ਮਤਲਬ ਹੁੰਦਾ ਦੇਣਦਾਰੀਆਂ। ਤਾਂ ਕੋਈ ਵੀ ਇੱਕ ਜਿਹੜਾ ਬਿਜ਼ਨਸ ਹੈ ਉਹਦੇ ਕੋਲ ਆਪਦੀ ਬਹੁਤ ਸਾਰੀਆਂ ਸੰਪत्तियाँ ਵੀ ਹੁੰਦੀਆਂ ਔਰ ਉਹਨਾਂ ਨੇ ਕਈਆਂ ਉਹਨਾਂ ਦੀਆਂ ਦੇਣਦਾਰੀਆਂ ਵੀ ਹੁੰਦੀਆਂ, ਲੋਕਾਂ ਨੂੰ ਕਈ ਉਹਨਾਂ ਨੇ ਭੁਗਤਾਨ ਕਰਨੇ ਵੀ ਹੁੰਦੇ ਹੈ। ਤਾਂ ਉਹ ਇਸ ਤਰ੍ਹਾਂ ਦੀਆਂ ਕਿਹੜੀਆਂ ਆਈਟਮਸ ਹੁੰਦੀਆਂ ਤਾਂ ਆਪਾਂ ਅੱਜ ਉਹਨਾਂ ਦੇ ਬਾਰੇ ਡਿਟੇਲ 'ਚ ਦੇਖਾਂਗੇ। ਐਸੈਟਸ ਨੂੰ ਅੱਗੇ ਆਪਾਂ 3 ਹਿੱਸਿਆਂ 'ਚ ਡਿਵਾਈਡ ਕਰਾਂਗੇ, ਵਰਗੀਕਰਨ ਕਰਾਂਗੇ ਇਹਨਾਂ ਦਾ ਕਿ ਉਹਨਾਂ ਵਿੱਚੋਂ ਕਿਹੜੀਆਂ ਫਿਕਸਡ ਐਸੈਟਸ ਹੈ, ਕਿਹੜੀਆਂ ਕਰੰਟ ਹੈ, ਕਿਹੜੀਆਂ ਫਿਕਟੀਸ਼ੀਅਸ ਐਸੈਟਸ ਹੈ। ਫਿਕਸਡ ਐਸੈਟਸ ਨੂੰ ਅਸੀਂ ਨੋਨ ਕਰੰਟ ਵੀ ਕਹਿ ਦਿੰਦੇ ਹਾਂ। ਤਾਂ 3 ਟਾਈਪਸ ਕਿਹੜੀਆਂ ਹੋ ਗਈਆਂ, ਨੋਨ ਕਰੰਟ, ਕਰੰਟ ਤੇ ਫਿਕਟੀਸ਼ੀਅਸ। ਇਸੇ ਤਰ੍ਹਾਂ ਹੀ ਜਿਹੜੀ ਲਾਇਬਿਲਿਟੀਜ਼ ਹੁੰਦੀਆਂ, ਲਾਇਬਿਲਿਟੀਜ਼ ਵੀ ਅੱਗੇ 3 ਤਰ੍ਹਾਂ ਦੀਆਂ ਹੁੰਦੀਆਂ ਹੈ, ਨੋਨ ਕਰੰਟ, ਕਰੰਟ ਔਰ ਕੰਟਿੰਜੈਂਟ ਲਾਇਬਿਲਿਟੀਜ਼। ਤਾਂ ਤੁਹਾਡੀ ਬੁੱਕ ਦੇ ਮੁਤਾਬਿਕ ਇਹਨਾਂ ਦੇ ਵਿੱਚ ਆਪਾਂ ਨੂੰ ਜਵਾਬ ਦੇਣਾ ਪੈਂਦਾ ਹੈ ਕਿ ਪਹਿਚਾਣ ਕਰੋ ਕਿਹੜੀ ਐਸੈਟ ਹੈ, ਕਿਹੜੀ ਲਾਇਬਿਲਿਟੀ ਹੈ, ਕਿਹੜੀ ਫਿਕਸਡ ਐਸੈਟ ਹੈ, ਕਿਹੜੀ ਕਰੰਟ ਐਸੈਟ ਹੈ। ਤਾਂ ਇਹ ਸਾਰੀਆਂ ਨੂੰ ਆਪਾਂ ਇੱਕ ਸਿੰਪਲ ਤਰੀਕੇ ਨਾਲ ਸੋਲਵ ਕਰਾਂਗੇ। ਆਪਾਂ ਕੀ ਕਰਾਂਗੇ, ਇੱਕ ਅੱਜ ਪਰਫਾਰਮਾ ਦੇਖਾਂਗੇ ਬੈਲੈਂਸ ਸ਼ੀਟ ਦਾ। ਤਾਂ ਮੈਂ ਇੱਥੇ ਇੱਕ ਬੈਲੈਂਸ ਸ਼ੀਟ ਦਾ ਪਰਫਾਰਮਾ ਤਿਆਰ ਕੀਤਾ ਹੈ। ਇੱਥੇ ਕੀ ਲਿਖਿਆ, ਬੈਲੈਂਸ ਸ਼ੀਟ ਆਫ MSXYZ ਕਿ XYZ ਕੋਈ ਫਰਮ ਹੈ, ਉਹਨਾਂ ਦੀ ਬੈਲੈਂਸ ਸ਼ੀਟ ਕਿਸ ਤਰੀਕ ਨੂੰ, ਐਜ਼ ਔਨ 31/3/2020। ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਜਿਹੜਾ ਬਿਜ਼ਨਸ ਹੈ ਉਹ ਸਾਲ ਦੇ ਐਂਡ 'ਤੇ ਕੁਛ ਫਾਈਨੈਂਸ਼ੀਅਲ ਸਟੇਟਮੈਂਟਸ ਬਣਾਉਂਦਾ ਹੈ, ਜਿਨ੍ਹਾਂ ਵਿੱਚੋਂ ਇੱਕ ਕਿਹੜੀ ਹੈ, ਬੈਲੈਂਸ ਸ਼ੀਟ। ਤਾਂ ਜੇ ਅਸੀਂ ਅੱਜ ਬੈਲੈਂਸ ਸ਼ੀਟ ਦਾ ਪਰਫਾਰਮਾ ਦੇਖ ਲਾਂਗੇ ਧਿਆਨ ਨਾਲ, ਤਾਂ ਆਪਾਂ ਨੂੰ ਸਾਰੀਆਂ ਐਸੈਟਸ, ਉਹਨਾਂ ਦੀਆਂ ਅੱਗੇ ਟਾਈਪਸ ਅਤੇ ਉਹਨਾਂ ਵਿੱਚ ਕੋਈ ਫਰਕ, ਉਹ ਸਾਰੇ ਆਪਾਂ ਪਹਿਚਾਣ ਲਾਂਗੇ। ਤਾਂ ਆਪਾਂ ਦੇਖਦੇ ਹਾਂ ਕਿ ਬੈਲੈਂਸ ਸ਼ੀਟ ਕੀ ਹੁੰਦੀ ਹੈ। ਬੈਲੈਂਸ ਸ਼ੀਟ ਦੇ ਵਿੱਚ ਕੀ ਹੈ, 2 ਸਾਈਡਾਂ ਹੁੰਦੀਆਂ, ਇੱਕ ਇੱਧਰਲੇ ਪਾਸੇ ਕ੍ਰੈਡਿਟ ਸਾਈਡ ਹੁੰਦੀ ਹੈ, ਇੱਧਰਲੇ ਪਾਸੇ ਡੈਬਿਟ ਸਾਈਡ। ਕ੍ਰੈਡਿਟ ਸਾਈਡ ਦੇ ਉੱਤੇ ਲਾਇਬਿਲਿਟੀਜ਼ ਲਿਖਦੇ ਹਾਂ, ਡੈਬਿਟ ਸਾਈਡ 'ਤੇ ਅਸੀਂ ਐਸੈਟਸ ਲਿਖਦੇ ਹੁੰਦੇ ਹਾਂ। ਤਾਂ ਇੱਥੇ ਇੱਕ ਆਪਾਂ ਲਾਈਨ ਮਾਰ ਲਈ, ਇੱਧਰਲੇ ਪਾਸੇ ਇਹਨਾਂ ਦਾ ਜੋੜ ਆ ਜਾਏਗਾ ਲਾਇਬਿਲਿਟੀਜ਼ ਦਾ, ਇੱਧਰਲੇ ਪਾਸੇ ਐਸੈਟਸ ਦਾ ਜੋੜ ਆ ਜਾਏਗਾ ਔਰ ਐਂਡ 'ਤੇ ਦੋਨਾਂ ਦਾ ਜੋੜ ਜਿਹੜਾ ਬਰਾਬਰ ਹੋਣਾ ਚਾਹੀਦਾ ਹੈ। ਤਾਂ ਪਹਿਲੇ ਆਪਾਂ ਐਸੈਟਸ ਦੇਖਦੇ ਹਾਂ ਕੀ ਹੁੰਦੀਆਂ, ਸੰਪत्तियाँ। ਕਿ ਉਹ ਜਿਹੜੀਆਂ ਸੰਪत्तियाँ ਹੈ ਆਪਣੇ ਕੋਲ ਕੋਈ ਲੈਂਡ ਐਂਡ ਬਿਲਡਿੰਗ, ਪਲਾਂਟ ਐਂਡ ਮਸ਼ੀਨਰੀ, ਫਰਨੀਚਰ, ਕਾਰ, ਕੰਪਿਊਟਰ, ਜਾਂ ਕੋਈ ਕੈਸ਼ ਬੈਂਕ ਦੇ ਵਿੱਚ ਪੈਸੇ ਪਏ ਹੈ, ਕੋਈ ਸਾਡੇ ਕੋਲ ਬਚਿਆ ਹੋਇਆ ਸਟਾਕ ਪਿਆ ਹੈ, ਜਾਂ ਲੋਕਾਂ ਕੋਲ ਜਿਹੜੇ ਅਸੀਂ ਪੈਸੇ ਲੈਣੇ ਹੈ, ਜਾਂ ਕਿਸੇ ਨੂੰ ਕੋਲ ਐਡਵਾਂਸ ਕੋਈ ਜਮ੍ਹਾਂ ਕਰਾਏ ਹੈ, ਜਾਂ ਅਸੀਂ ਕੋਈ ਪੈਸਾ ਸ਼ੇਅਰਾਂ ਦੇ ਵਿੱਚ ਇਨਵੈਸਟ ਕੀਤਾ ਹੈ, ਜਾਂ ਬੈਂਕ ਦੇ ਵਿੱਚ FD ਕਰਾਈ ਹੈ। ਤਾਂ ਉਹ ਸਾਰੇ ਜਿਹੜੀਆਂ ਚੀਜ਼ਾਂ ਹੈ ਉਹ ਸਾਡੀਆਂ ਕਿਸੇ ਬਿਜ਼ਨਸ ਵਾਸਤੇ ਕੀ ਹੈ, ਸੰਪत्तियाँ। ਤਾਂ ਉਹ ਸਾਰੀਆਂ ਅਸੀਂ ਇਸ ਸਾਈਡ 'ਤੇ ਲਿਖ ਲਾਂਗੇ। ਹੁਣ ਮੈਂ ਇਹ ਸਾਰੀਆਂ ਚੀਜ਼ਾਂ ਇੱਥੇ ਲਿਖ ਤਾਂ ਦਿੱਤੀਆਂ, ਪਰ ਨਾਲ ਦੀ ਨਾਲ ਮੈਂ ਉਹਨੂੰ ਕਲਾਸੀਫਿਕੇਸ਼ਨ ਕਰਤੀ ਹੁੰਦੀ ਕਿ ਸਭ ਤੋਂ ਪਹਿਲੇ ਮੈਂ ਲਿਖੀਆਂ ਇੱਥੇ ਫਿਕਸਡ ਐਸੈਟਸ, ਜਾਂ ਦੂਸਰਾ ਨਾਮ ਜਿਨ੍ਹਾਂ ਦਾ ਹੁੰਦਾ ਨੋਨ ਕਰੰਟ। ਤਾਂ ਉਹਦੇ 'ਚ ਕੀ ਲਿਖਤਾ, ਫਿਕਸਡ ਐਸੈਟ ਦਾ ਪਹਿਲੇ ਤੁਹਾਨੂੰ ਮਤਲਬ ਪਤਾ ਹੋਣਾ ਚਾਹੀਦਾ ਕਿ ਐਸੀਆਂ ਸੰਪत्तियाँ ਜਿਨ੍ਹਾਂ ਦਾ ਅਸੀਂ 1 ਸਾਲ ਤੋਂ ਵੱਧ ਟਾਈਮ ਵਾਸਤੇ ਉਪਯੋਗ ਕਰਦੇ ਹਾਂ। ਵੈਸੇ ਤਾਂ ਇਹਨਾਂ ਦਾ ਕੋਈ ਕਿਸੇ ਦਾ ਉਪਯੋਗ 5 ਸਾਲ ਹੈ, 10 ਸਾਲ ਹੈ, ਕੋਈ 20 ਸਾਲ ਵਾਸਤੇ ਵੀ ਉਪਯੋਗ ਕਰਦੇ ਹੈ। ਤਾਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਫਿਕਸਡ ਐਸੈਟਸ। ਠੀਕ ਹੈ। ਤਾਂ ਜਿਹੜੇ ਲੰਬੀ ਅਵਧੀ ਵਾਸਤੇ ਲਈ ਜਾਂਦੀਆਂ ਹੈ, ਜਿਵੇਂ ਲੈਂਡ ਐਂਡ ਬਿਲਡਿੰਗ, ਜ਼ਮੀਨ 'ਤੇ ਉਹਦੇ ਉੱਤੇ ਖੜੀ ਹੋਈ ਬਿਲਡਿੰਗ। ਦੂਸਰਾ ਹੈ ਪਲਾਂਟ ਐਂਡ ਮਸ਼ੀਨਰੀ। ਤਾਂ ਇਹਦੇ ਵਿੱਚ ਜਿਹੜੀਆਂ ਵੀ ਅਸੀਂ ਮਸ਼ੀਨਾਂ ਵਗੈਰਾ ਉੱਥੇ ਲਗਾਈਆਂ ਅੰਦਰ ਆਦੀ ਫੈਕਟਰੀ ਦੇ ਵਿੱਚ, ਉਹ ਸਾਰੀਆਂ ਆ ਜਾਣਗੀਆਂ। ਫਰਨੀਚਰ ਐਂਡ ਫਿਕਸਚਰ, ਕੋਈ ਵੀ ਤਰ੍ਹਾਂ ਦਾ ਜਿਹੜਾ ਫਰਨੀਚਰ ਹੈ ਅੰਦਰ ਬੈਠਣ ਵਾਸਤੇ। ਉਸ ਤੋਂ ਬਾਅਦ ਕੰਪਿਊਟਰਸ ਕੋਈ ਲੱਗੇ ਹੋਏ ਹੈ, ਤਾਂ ਜੇਕਰ ਕੋਈ ਕਾਰ ਆਪਾਂ ਬਿਜ਼ਨਸ ਵਾਸਤੇ ਲਈਏ ਤਾਂ ਇਹ ਸਾਰੀਆਂ ਆਪਾਂ ਨੂੰ ਕੀ ਕਹਿੰਦੇ ਆ, ਫਿਕਸਡ ਐਸੈਟਸ। ਇਹ ਫਿਕਸਡ ਐਸੈਟ ਨੂੰ ਵੀ ਅੱਗੇ ਮੈਂ 3 ਹਿੱਸਿਆਂ 'ਚ ਵੰਡ ਲਿਆ। ਇਹਨਾਂ ਨੂੰ ਜਿਹੜੀਆਂ ਮੈਂ ਕਾਰ ਤਿੱਕਣ ਲਿਖੀਆਂ, ਇਹ ਸਾਰਿਆਂ ਦਾ ਨਵਾਂ ਨਾਮ ਦਿੱਤਾ ਮੈਂ ਇੱਕ ਨਾਲ। ਇਹ ਕਿਸ ਤਰ੍ਹਾਂ ਦੀਆਂ ਨੇ, ਟੈਂਜੀਬਲ ਐਸੈਟਸ। ਟੈਂਜੀਬਲ ਐਸੈਟਸ ਦਾ ਮਤਲਬ ਹੁੰਦਾ ਜਿਨ੍ਹਾਂ ਨੂੰ ਅਸੀਂ ਛੂਹ ਕੇ ਦੇ ਸਕਦੇ ਹਾਂ, ਹੱਥ ਲਗਾ ਕੇ ਦੇਖ ਸਕਦੇ ਹਾਂ, ਟੱਚ ਕਰ ਸਕਦੇ ਹਾਂ। ਤਾਂ ਚੈੱਕ ਕਰੋ, ਇਹ ਸਾਰੀ ਚੀਜ਼ਾਂ ਨੇ ਐਸੀਆਂ ਜਿਹੜੀਆਂ ਨੂੰ ਟੱਚ ਕਰ ਸਕਦੇ ਹਾਂ ਆਪਾਂ। ਇਸ ਤੋਂ ਇਲਾਵਾ ਕੁਝ ਫਿਕਸਡ ਐਸੈਟਸ ਐਸੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਟੱਚ ਨਹੀਂ ਕਰ ਸਕਦੇ, ਹੱਥ ਨਹੀਂ ਲਗਾ ਸਕਦੇ, ਪਰ ਉਹ ਐਸੈਟਸ ਹੈ ਸਾਡੇ ਵਾਸਤੇ। ਜਿਵੇਂ ਸਾਡੀ ਜਿਹੜੀ ਬਿਜ਼ਨਸ ਹੈ ਉਹਦੀ ਗੁੱਡਵਿਲ, ਕਿ ਉਹਦਾ ਜਿਹੜਾ ਮਾਰਕੀਟ ਵਿੱਚ ਕੀ ਨਾਮ ਹੈ, ਕਿੰਨਾ ਨਾਮ ਹੈ, ਕਿੰਨੀ ਪ੍ਰਸਿੱਧੀ ਹੈ, ਕਿੰਨੇ ਕਨੈਕਸ਼ਨਸ ਉਹਦੇ ਜ਼ਿਆਦਾ ਹੈਗੇ ਹੈ। ਇਸੇ ਤਰ੍ਹਾਂ ਹੀ ਉਹਨਾਂ ਨੇ ਕੋਈ ਪੇਟੈਂਟਸ ਲਏ ਹੋਏ ਹੈ, ਕਿਸੇ ਖਾਸ ਚੀਜ਼ ਦਾ ਉਹਨਾਂ ਕੋਲ ਫਾਰਮੂਲਾ ਹੈ ਉਹਨਾਂ ਨੇ ਲਿਆ, ਜਾਂ ਕੋਈ ਕਾਪੀਰਾਈਟ ਹੈ। ਕਾਪੀਰਾਈਟ ਦਾ ਮਤਲਬ ਹੁੰਦਾ ਹੈ ਕਿ ਅਸੀਂ ਕਿਸੇ ਰਾਈਟਰ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਨੂੰ ਛਾਪਣ ਦਾ ਅਧਿਕਾਰ ਲੈ ਲਈਏ, ਕਿ ਉਹ ਸਾਰੇ ਅਸੀਂ ਉਹਨਾਂ ਦੇ ਪਬਲਿਸ਼ ਅਸੀਂ ਕਰਾਂਗੇ। ਤਾਂ ਇਸ ਤਰ੍ਹਾਂ ਦੇ ਜਿਹੜੀਆਂ ਐਸੈਟਸ ਹੈ, ਇਹਨਾਂ ਨੂੰ ਅਸੀਂ ਹੱਥ ਲਗਾ ਕੇ ਨਹੀਂ ਦੇ ਸਕਦੇ, ਇਹਨੂੰ ਅਸੀਂ ਕਹਿੰਦੇ ਹਾਂ ਇਨਟੈਂਜੀਬਲ ਐਸੈਟਸ। ਇਸੇ ਤਰ੍ਹਾਂ ਹੀ ਜਿਹੜੀਆਂ ਕੁਝ ਹੋਰ ਐਸੈਟਸ ਹੈਗੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵਾਸਟਿੰਗ ਐਸੈਟਸ ਹੈਗੀਆਂ, ਇਹ ਸਾਰੀਆਂ ਹੀ ਫਿਕਸਡ ਐਸੈਟਸ ਹੈ। ਵਾਸਟਿੰਗ ਐਸੈਟਸ ਜਿਹੜੀਆਂ ਹੁੰਦੀਆਂ ਕੁਝ ਟਾਈਮ ਬਾਅਦ, ਜਿਵੇਂ ਹੌਲੀ ਹੌਲੀ ਉਹ
ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਉਹਨਾਂ ਦੇ ਵਿੱਚੋਂ ਉਸ ਚੀਜ਼ 'ਤੇ ਨਿਕਲਣ ਦੇ ਬਾਅਦ। ਜਿਵੇਂ ਅਸੀਂ ਕਹਿੰਦੇ ਹਾਂ ਕਿ ਓਇਲ ਵੈਲ, ਅਸੀਂ ਕਹਿੰਦੇ ਇਰਾਕ ਦੇ ਵਿੱਚ ਤੇਲ ਦੇ ਖੂਹ ਹੈਗੇ ਹੈ, ਤਾਂ ਉੱਥੇ ਜੇ ਕਿਸੇ ਨੇ ਤਾਂ ਕੋਈ ਰਾਈਟਸ ਲਏ ਹੋਏ ਹੈ ਤਾਂ ਉਹ ਕੀ ਹੈ, ਵਾਸਟਿੰਗ ਐਜ਼ਟ ਹੈ। ਇਸੇ ਤਰ੍ਹਾਂ ਹੀ ਕੋਲ ਮਾਈਨਸ ਜਿਨ੍ਹਾਂ 'ਚੋਂ ਕੋਇਲਾ ਨਿਕਲਦਾ, ਕੋਇਲੇ ਦੀਆਂ ਖਦਾਨਾਂ, ਤਾਂ ਅਸੀਂ ਉਹਨਾਂ ਨੂੰ ਵੀ ਕੀ ਕਹਿੰਦੇ ਹਾਂ, ਵਾਸਟਿੰਗ ਐਜ਼ਟਸ। ਇਸ ਤੋਂ ਬਾਅਦ ਅਸੀਂ ਲੈ ਲੈਂਦੇ ਹਾਂ ਇੱਕ ਵਿਚਕਾਰ ਇੱਕ ਨਿੱਕੀ ਜਿਹੀ ਆਈਟਮ ਬਣਾਤੀ ਮੈਂ, ਇਨਵੈਸਟਮੈਂਟਸ ਹੋ ਗਈਆਂ ਜਾਂ ਲੋਨ ਟੂ ਫਰੈਂਡ। ਕਿ ਮੰਨ ਲਓ ਮੈਂ ਕੁਛ ਐਕਸਟਰਾ ਜਿਹੜੇ ਪੈਸੇ ਪਏ ਸੀ ਬਿਜ਼ਨਸ ਵਿੱਚ, ਉਹਨਾਂ ਨੂੰ ਅਸੀਂ ਬੈਂਕ ਵਿੱਚ FD ਕਰਾਤੀ, ਜਾਂ ਮੈਂ ਸ਼ੇਅਰਾਂ ਦੇ ਵਿੱਚ ਕੋਈ ਪੈਸਾ ਲਗਾਇਆ ਹੋਇਆ ਹੈ, ਜਾਂ ਕਿਸੇ ਹੋਰ ਆਪਦੇ ਵਰਗੀ ਕਿਸੇ ਕੰਪਨੀ ਦੇ ਵਿੱਚ ਪੈਸੇ ਲਗਾਤੇ, ਜਾਂ ਕਿਸੇ ਆਪਦੇ ਮਿੱਤਰ ਨੂੰ ਮੈਂ ਲੋਨ ਦਿੱਤਾ ਹੋਇਆ ਜਿਹੜਾ ਕਿ ਮੈਂ ਉਹਦੇ ਕੋਲ ਵਾਪਸ ਲੈਣੇ ਹੈ, ਤਾਂ ਇਹ ਸਾਰੀਆਂ ਮੇਰੀਆਂ ਸੰਪਤੀਆਂ ਹੈ। ਇਸ ਤੋਂ ਬਾਅਦ ਆ ਜਾਂਦਾ ਕਰੰਟ ਐਜ਼ਟਸ। ਕਰੰਟ ਐਜ਼ਟਸ ਕੀ ਹੁੰਦੀਆਂ ਕਿ ਜਿਹੜੀਆਂ 1 ਸਾਲ ਜਾਂ ਇਸ ਤੋਂ ਛੋਟੇ ਪੀਰੀਅਡ ਦੇ ਵਿਚਕਾਰ ਚੇਂਜ ਹੁੰਦੀਆਂ ਰਹਿੰਦੀਆਂ, ਜਿਵੇਂ ਕਿ ਕੈਸ਼ ਦਾ ਕੀ ਹੈ ਕਿ ਹਰ ਰੋਜ਼ ਹੀ ਇਹਦੀ ਵੈਲਿਊ ਜਿਹੜੀ ਹੈ ਚੇਂਜ ਹੁੰਦੀ ਰਹਿੰਦੀ ਹੈ, ਕਦੇ ਜਦ ਆ ਗਿਆ ਤਾਂ ਵੱਧ ਗਿਆ, ਜੇ ਅਸੀਂ ਕੋਈ ਪੇਮੈਂਟਸ ਕਰਤੀਆਂ ਤਾਂ ਘੱਟ ਗਿਆ। ਇਸੇ ਤਰ੍ਹਾਂ ਹੀ ਬੈਂਕ ਦੇ ਵਿੱਚ ਜਿਹੜੇ ਸਾਡੇ ਪੈਸੇ ਜਮ੍ਹਾਂ ਅਸੀਂ ਉਹਨੂੰ ਇਕੱਲਾ ਬੈਂਕ ਦਾ ਨਾਮ ਦਿੱਤੇ ਹੈ। ਉਸ ਤੋਂ ਬਾਅਦ ਜਿਹੜਾ ਸਟਾਕ, ਕਿ ਜਿਹੜਾ ਸਾਲ ਦੇ ਐਂਡ 'ਤੇ ਸਾਡੇ ਕੋਲ ਸਟਾਕ ਬਚਿਆ ਹੋਇਆ ਹੈ, ਉਹ ਵੀ ਸਾਡੇ ਵਾਸਤੇ ਸੰਪਤੀ ਹੈ। ਡੈਟਰਸ, ਜਿਹੜੇ ਲੋਕਾਂ ਕੋਲੋਂ ਅਸੀਂ ਪੈਸੇ ਵਾਪਸ ਲੈਣੇ ਹੈ, ਜਿਨ੍ਹਾਂ ਨੂੰ ਅਸੀਂ ਉਧਾਰ ਮਾਲ ਵੇਚਿਆ ਸੀ, ਠੀਕ ਹੈ। ਇਸ ਤੋਂ ਬਾਅਦ ਜਿਹੜੀ ਹੈ 2 ਆਈਟਮ ਸਪੈਸ਼ਲ ਮੈਂ ਇੱਥੇ ਹੋਰ ਵਿੱਚ ਐਡ ਕੀਤੀਆਂ, ਐਕਰੂਅਡ ਇੰਟਰਸਟ ਅਤੇ ਪ੍ਰੀਪੇਡ ਰੈਂਟ। ਐਕਰੂਅਡ ਇੰਟਰਸਟ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੇ ਸਾਡੇ ਪੈਸੇ ਬੈਂਕ ਵਿੱਚ ਜਮ੍ਹਾਂ ਹੈ ਅਤੇ ਉਹਨਾਂ ਦਾ ਸਾਨੂੰ ਹਜੇ ਵਿਆਜ ਮਿਲਿਆ ਨਹੀਂ, ਪਰ ਸਾਡਾ ਵਿਆਜ ਉੱਥੇ ਪੱਕਾ ਹੋ ਚੁੱਕਿਆ ਹੈ, ਉਹ ਅੱਜ ਨਹੀਂ ਤਾਂ ਕੱਲ੍ਹ ਸਾਨੂੰ ਮਿਲ ਜਾਏਗਾ। ਅਸੀਂ ਉਹਨੂੰ ਕਹਿੰਦੇ ਹਾਂ ਐਕਰੂਅਡ ਇੰਟਰਸਟ, ਕਮਾਇਆ ਹੋਇਆ ਇੰਟਰਸਟ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਪ੍ਰੀਪੇਡ ਰੈਂਟ, ਕਿ ਜਿਹੜਾ ਅਸੀਂ ਮੰਨ ਲਓ ਕੋਈ ਰੈਂਟ ਐਡਵਾਂਸ ਵਿੱਚ ਦੇਤਾ, ਜਿਹਦਾ ਹਜੇ ਅਸੀਂ ਹੱਕ ਲੈਣਾ ਹੈ। ਮੰਨ ਲਓ ਕਿ ਮੈਂ ਮਾਰਚ ਦੇ ਵਿੱਚ ਹੀ ਜੂਨ ਤੱਕ ਦਾ ਕਿਰਾਇਆ ਦੇਤਾ, ਤਾਂ ਮੇਰੇ ਜਿਹੜੀ ਇਹ ਸਟੇਟਮੈਂਟ ਮੈਂ ਬਣਾ ਰਿਹਾ, ਇਹ ਮਾਰਚ ਦੀ ਬਣਾ ਰਿਹਾ, ਤਾਂ ਅੱਗੇ ਜਿਹੜੇ 3 ਮਹੀਨੇ ਦਾ ਕਿਰਾਇਆ ਮੈਂ ਐਡਵਾਂਸ ਭਰਤਾ, ਉਹਦੇ ਵਾਸਤੇ ਮੈਂ ਹਜੇ ਉਹਦੇ ਕੋਲੋਂ ਇਹਦਾ ਹੱਕ ਲੈਣਾ ਹੈ, ਤਾਂ ਇਹ ਤੇ ਮੇਰੇ ਕੋਲ ਕੀ ਹੈ ਫਿਰ ਪ੍ਰੀਪੇਡ ਰੈਂਟ। ਇਸ ਤੋਂ ਬਾਅਦ ਲਾਸਟ ਆਪਣੇ ਕੋਲ ਇੱਕ ਐਜ਼ਟ ਆ ਜਾਂਦੀ ਹੈ ਫਿਕਟੀਸ਼ੀਅਸ ਐਜ਼ਟ। ਫਿਕਟੀਸ਼ੀਅਸ ਐਜ਼ਟ ਦਾ ਮਤਲਬ ਕੀ ਹੁੰਦਾ ਹੈ, ਜਿਹਨੂੰ ਅਸੀਂ ਨਾ ਤਾਂ ਹੱਥ ਲਗਾ ਕੇ ਛੂ ਸਕਦੇ ਹਾਂ, ਅਤੇ ਨਾ ਹੀ ਉਹਨਾਂ ਦੀ ਮਾਰਕੀਟ ਵਿੱਚ ਕੋਈ ਵੈਲਿਊ ਹੈ, ਪਰ ਸਾਨੂੰ ਉਹ ਲਿਖਣਾ ਪੈਂਦਾ ਹੈ। ਮਾਰਕੀਟ 'ਚ ਉਹਦੀ ਵੈਲਿਊ ਨਹੀਂ ਹੈ, ਪਰ ਸਾਡੇ ਬਿਜ਼ਨਸ ਵਾਸਤੇ ਉਹਦੀ ਕੁਛ ਵੈਲਿਊ ਹੈ, ਉਹ ਬੈਨੀਫਿਟ ਦੇ ਰਹੀ ਹੈ ਸਾਨੂੰ। ਜਿਵੇਂ ਇਹਦੇ 'ਚ ਨਾਮ ਲਿਖਿਆ ਆਪਾਂ ਪ੍ਰੀਲਿਮਿਨਰੀ ਐਕਸਪੈਂਸਿਸ ਅਤੇ ਐਡਵਰਟਾਈਜ਼ਮੈਂਟ ਐਕਸਪੈਂਸਿਸ। ਪ੍ਰੀਲਿਮਿਨਰੀ ਐਕਸਪੈਂਸਿਸ ਕੀ ਹੁੰਦੇ ਨੇ ਕਿ ਕਿਸੇ ਵੀ ਬਿਜ਼ਨਸ ਨੂੰ ਹਜੇ ਉਹਦੇ ਸ਼ੁਰੂ ਹੋਣ ਤੋਂ ਪਹਿਲਾਂ ਉਹਨੂੰ ਸੈੱਟ ਕਰਨ ਲਈ ਜਿਹੜੇ ਖਰਚੇ ਕੀਤੇ ਜਾਂਦੇ ਆ ਉਹਨਾਂ ਦੇ ਪ੍ਰਮੋਟਰਸ ਦੁਆਰਾ ਜਾਂ ਉਹਨਾਂ ਦੇ ਪਾਰਟਨਰਸ ਦੁਆਰਾ, ਤਾਂ ਉਹ ਜਿਹੜੇ ਸਾਰੇ ਖਰਚੇ ਜਿਹੜੇ ਆ ਉਹਨੂੰ ਅਸੀਂ ਕਹਿੰਦੇ ਪ੍ਰੀਲਿਮਿਨਰੀ ਐਕਸਪੈਂਸਿਸ। ਉਸ ਤੋਂ ਬਾਅਦ ਆ ਜਾਂਦਾ ਐਡਵਰਟਾਈਜ਼ਮੈਂਟ ਐਕਸਪੈਂਸਿਸ, ਕਿ ਮੰਨ ਲਓ ਕਿ ਇੱਕ ਫਰਮ ਨੇ ਬਹੁਤ ਜ਼ਿਆਦਾ ਐਕਸਪੈਂਡੀਚਰ ਕਰਤਾ ਮਸ਼ਹੂਰੀ ਕਰਨ 'ਤੇ, ਪਰ ਉਸ ਮਸ਼ਹੂਰੀ ਦਾ ਬੈਨੀਫਿਟ ਜਿਹੜਾ ਸਾਨੂੰ ਆਉਣ ਵਾਲੇ ਸਾਲਾਂ ਵਿੱਚ ਵੀ ਮਿਲਣਾ ਹੈ, ਤਾਂ ਇਸ ਕਰਕੇ ਅਸੀਂ ਉਹਨੂੰ ਇੱਥੇ ਲਿਖ ਲਈਦਾ ਹੈ ਐਡਵਰਟਾਈਜ਼ਮੈਂਟ ਐਕਸਪੈਂਸਿਸ। ਤਾਂ ਉਸ ਤੋਂ ਬਾਅਦ ਕੀ ਆ ਜਾਂਦਾ ਹੈ, ਇਹਦੇ ਲਈ ਲਾਇਬਿਲਿਟੀ ਸਾਈਡ 'ਤੇ ਆਪਾਂ ਚੈੱਕ ਕਰਾਂਗੇ ਕਿ ਲਾਇਬਿਲਿਟੀਜ਼ ਕਿਹੜੀਆਂ ਹੁੰਦੀਆਂ। ਸਭ ਤੋਂ ਪਹਿਲੇ ਤਾਂ ਕੈਪੀਟਲ, ਕਿ ਜਿਹੜੇ ਮਾਲਕ ਹੈਗੇ ਬਿਜ਼ਨਸ ਦੇ, ਉਹਨਾਂ ਨੂੰ ਬਿਜ਼ਨਸ ਨੇ ਕੀ ਦੇਣਾ ਹੈ। ਤਾਂ ਇੱਥੇ ਇੱਕ ਗੱਲ ਇਹ ਧਿਆਨ ਰੱਖਣੀ ਹੈ ਕਿ ਜਿਹੜਾ ਮਾਲਕ ਹੈ ਉਹ ਬਿਜ਼ਨਸ ਤੋਂ ਅਲੱਗ ਹੈ। ਅਤੇ ਉਸ ਤੋਂ ਬਾਅਦ ਆ ਜਾਂਦਾ ਨੋਨ ਕਰੰਟ ਲਾਇਬਿਲਿਟੀਜ਼। ਨੋਨ ਕਰੰਟ ਲਾਇਬਿਲਿਟੀਜ਼ ਕੀ ਹੁੰਦੀਆਂ ਕਿ ਜਿਹੜਾ ਅਸੀਂ ਪੈਸਾ ਕੋਈ ਬੈਂਕ ਕੋਲੋਂ ਲਿਆ, ਲੋਨ ਲਿਆ, ਵਾਪਸ ਦੇਣਾ ਹੈ, ਜਾਂ ਕਿ ਪਬਲਿਕ ਦੇ ਕੋਲੋਂ ਕੋਈ ਪੈਸੇ ਅਸੀਂ ਲਏ ਹੈ ਜਿਹੜੇ ਕਿ ਅਸੀਂ ਉਹਨਾਂ ਨੂੰ ਵਾਪਸ ਕਰਨੇ ਹੈ, ਜਾਂ ਡਿਬੈਂਚਰਸ। ਡਿਬੈਂਚਰ ਤੁਹਾਡੇ ਵਾਸਤੇ ਇੱਕ ਨਵੀਂ ਟਰਮ ਹੈ। ਡਿਬੈਂਚਰ ਦਾ ਮਤਲਬ ਹੁੰਦਾ ਇਹ ਵੀ ਇੱਕ ਤਰ੍ਹਾਂ ਦੇ ਪਬਲਿਕ ਡਿਪੋਜ਼ਿਟ ਹੁੰਦੇ ਹੈ, ਜਿਹੜੇ ਪਬਲਿਕ ਕੋਲੋਂ ਅਸੀਂ ਪੈਸੇ ਲਏ ਹੈ ਕੋਈ ਲੰਬੀ ਅਵਧੀ ਵਾਸਤੇ। ਤਾਂ ਇਹ ਸਾਰੇ ਹੀ ਜਿਹੜੀ ਚੀਜ਼ਾਂ ਹੈ ਲੰਬੀ ਅਵਧੀ ਦੀਆਂ, ਇਸ ਕਰਕੇ ਇਹਦਾ ਨਾਮ ਕੀ ਲਿਆ ਅਸੀਂ, ਨੋਨ ਕਰੰਟ ਲਾਇਬਿਲਿਟੀਜ਼। ਇਸ ਤੋਂ ਬਾਅਦ ਆਪਾਂ ਕੀ ਲੈਂਦੇ ਹਾਂ, ਕਰੰਟ ਲਾਇਬਿਲਿਟੀਜ਼। ਕਰੰਟ ਲਾਇਬਿਲਿਟੀਜ਼ ਕੀ ਹੁੰਦੀਆਂ, ਜਿਹੜੀਆਂ ਕਿ 1 ਸਾਲ ਜਾਂ ਉਸ ਤੋਂ ਛੋਟੀ ਅਵਧੀ ਵਾਸਤੇ ਉਹਦੇ ਵਿੱਚ ਅਸੀਂ ਉਹਨੂੰ ਚੇਂਜ ਕਰਨਾ ਹੁੰਦਾ ਹੈ। ਉਹਦੇ ਵਿੱਚ ਜਿਵੇਂ ਸਭ ਤੋਂ ਪਹਿਲੇ ਨੰਬਰ 'ਤੇ ਕੀ ਆ ਜਾਂਦਾ, ਸਨਡਰੀ ਕ੍ਰੈਡੀਟਰਸ। ਸਨਡਰੀ ਕ੍ਰੈਡੀਟਰਸ ਕੌਣ ਹੁੰਦੇ ਆ, ਜਿਨ੍ਹਾਂ ਕੋਲੋਂ ਅਸੀਂ ਉਧਾਰ ਮਾਲ ਖਰੀਦਿਆ ਹੈ। ਤਾਂ ਜਿਨ੍ਹਾਂ ਕੋਲ ਉਧਾਰ ਮਾਲ ਖਰੀਦਿਆ ਹੈ ਉਹ ਸਾਡੇ ਕੀ ਹੋ ਗਏ, ਸਨਡਰੀ ਕ੍ਰੈਡੀਟਰ, ਅਸੀਂ ਉਹਨਾਂ ਨੂੰ ਪੈਸੇ ਦੇਣੇ ਹੈ। ਬਿੱਲ ਪੇਬਲ। ਇਸੇ ਤਰ੍ਹਾਂ ਹੀ ਇੱਕ ਨਾਮ ਆ ਰਿਹਾ ਬੈਂਕ ਓਵਰਡਰਾਫਟਸ। ਬੈਂਕ ਓਵਰਡਰਾਫਟ ਕੀ ਹੁੰਦੇ ਹੈ ਕਿ ਮੰਨ ਲਓ ਕਿ ਸਾਡੇ ਸੇਵਿੰਗ ਅਕਾਊਂਟ ਦੇ ਵਿੱਚ ਉੱਥੇ 10,000 ਰੁਪਏ ਹੈ, ਪਰ ਸਾਨੂੰ ਅਸੀਂ ਉਹ 10,000 ਤੋਂ ਵੀ ਜ਼ਿਆਦਾ ਪੈਸਾ ਕਢਾ ਲਿਆ ਉੱਥੋਂ। ਬੈਂਕ ਬਿਜ਼ਨਸ ਨੂੰ ਇਸ ਤਰ੍ਹਾਂ ਦੀ ਪਰਮਿਸ਼ਨ ਦਿੰਦਾ ਹੈ, ਜਿਨ੍ਹਾਂ ਕੋਲ ਕਰੰਟ ਅਕਾਊਂਟਸ ਹੁੰਦੇ ਹੈ। ਤਾਂ ਜਦੋਂ ਬਿਜ਼ਨਸ 10 ਦੀ ਬਜਾਏ ਥੋੜ੍ਹਾ ਜਿਹਾ ਉਸ ਤੋਂ ਵੀ ਜ਼ਿਆਦਾ ਪੈਸੇ ਕਢਾ ਲੈਂਦਾ ਹੈ ਬੈਂਕ ਦੀ ਪਰਮਿਸ਼ਨ ਨਾਲ, ਅਸੀਂ ਉਹਨੂੰ ਕਹਿੰਦੇ ਹਾਂ ਕਿ ਬੈਂਕ ਓਵਰਡਰਾਫਟ। ਕਹਿਣ ਦਾ ਭਾਵ ਜਿਹੜੇ ਉੱਪਰਲੇ ਪੈਸੇ ਹੈ ਉਹ ਅਸੀਂ ਬੈਂਕ ਨੂੰ ਵਾਪਸ ਦੇਣੇ ਹੈ। ਫਿਰ ਇਸ ਤੋਂ ਇਲਾਵਾ ਸਾਡੇ ਕੁਝ ਹੋਰ ਦੇਣਦਾਰੀਆਂ ਹੁੰਦੀਆਂ, ਜਿਵੇਂ ਕਿ ਆਊਟਸਟੈਂਡਿੰਗ ਸੈਲਰੀ, ਕਿ ਸਾਲ ਦੇ ਐਂਡ 'ਤੇ ਕੁਛ ਐਸੇ ਸਾਡੇ ਐਮਪਲੋਈ ਸੀ, ਵਰਕਰ ਸੀ, ਜਿਨ੍ਹਾਂ ਨੂੰ ਹਜੇ ਅਸੀਂ ਸੈਲਰੀ ਦੇਣੀ ਸੀ, ਪਰ ਅਸੀਂ ਉਹਨਾਂ ਦੇ ਵੱਟੇ ਉਹਨਾਂ ਕੋਲ ਕੰਮ ਲੈ ਚੁੱਕੇ ਹੋਏ ਹਾਂ। ਇਸ ਤੋਂ ਬਾਅਦ ਆ ਜਾਂਦਾ ਐਡਵਾਂਸ ਕਮਿਸ਼ਨ ਰਸੀਵ।
कि असी कईयां दे कोलों कोई कमीशन एडवांस ले लिया पर हजे असी उनके बदले काम करना है। ठीक है, तो ये सारी चीज़ां की आ गई अपने कोले लाइबिलिटी साइड ते। इस तो इलावा एक लाइबिलिटी होर सी जिहड़ी आपां उत्ते नोट कीती सीगी कंटिजेंट लाइबिलिटी। कंटिजेंट लाइबिलिटी नूं असीं इत्थे बैलेंस शीट 'च नहीं नोट करना हुंदा क्योंकि हजे उन्हां दा पता नहीं कि वो कंटिजेंट लाइबिलिटी वो एक्चुअल विच वो होवेगी कि नहीं होएगी, इसे करके उसदा नाम की रखिया कंटिजेंट। तां ये एक तरह की कोई बिजनस ट्रांजैक्शन नहीं है जिहड़ी असीं बैलेंस शीट दे विच शो करिए, क्योंकि बिजनस ट्रांजैक्शन वो हुंदी है जिहदे बदले कोई किसी पैसे की या किसी वस्तु की बिजनस एक्सचेंज होया होवे, बिजनस आया होवे या बिजनस चों गया होवे। तां ये हजे फ्यूचर का कोई अनसर्टन इवेंट है, पर असीं इनू आपदी बैलेंस शीट के नीचे एक नोट बना के लिखी तो जरूर है कंटिजेंट लाइबिलिटी कि हो सकता है कि आने वाले फ्यूचर के विच इस तरह की कोई सानू देनदारी पैदा हो जाए। ये असीं इस करके लिखी दा ताकि साडे बिजनस के जिहड़े असीं स्टेटमेंट्स बना रहे हैं बिल्कुल ट्रू एंड फेयर होण कि इनू पढ़न वाला जिहड़ा कोई बंदा है बाहरी उन्होंने साडे बिजनस के जिहड़े रिस्क ने, जिहड़े फ्यूचर में होने वाले रिस्क भी है उन्होंने बारे भी उन्होंने पता होवे ते वो साडे बिजनस बारे एक सही जजमेंट कर सके। ठीक है, तो हुण अपना क्वेश्चन राइज होंदा है, तुसीं हुण सारियां एसेट्स देख लियां और सारियां तुसीं लाइबिलिटीज़ देख लियां। हुण मैं तुहाडे कोल क्वेश्चन पुछदा है कि नेम एनी टू एसेट्स, तो तुसीं जिहड़ा मर्जी नाम बोल सकदे हो कि लैंड बिल्डिंग या तो कैश बोल दो या स्टॉक क्रेडिट जो मर्जी बोल सकते हैं आपां। नेम एनी टू लाइबिलिटीज़ तो इत्थों आपां कोई नाम बोल सकते हैं, कोई बैंक का लोन है या कोई सनडे क्रेडिटर्स है। पर जदों असीं कहने हैं कि नेम एनी टू फिक्सड एसेट्स तो असीं फिक्सड एसेट्स दे विचों ही नाम देंगे कि कंप्यूटर है या फर्नीचर है या मशीनरी है, लैंड एंड बिल्डिंग है। जे वो सानू कोई करंट एसेट्स का कोई क्वेश्चन पूछता है कि नेम एनी टू करंट एसेट्स तो असीं करंट एसेट्स दे विचों जवाब देंगे कैश, बैंक, स्टॉक या डेटर। जो सानू कोई करंट लाइबिलिटी का पूछता है तो असीं सिर्फ करंट लाइबिलिटी च बोलांगे कि सनडरी क्रेडिटर्स है, बिल पेएबल है, बैंक ओवरड्राफ्ट है, आउटस्टैंडिंग। तो साडे कोल दो की बजाय साडे कोल पंज आंसर जिहड़े तैयार होणगे। इस तरीके नाल ही जे मैं तुहानूं क्वेश्चन पूछदा कि नेम एनी टू फिक्टिशियस एसेट्स तो फिक्टिशियस एसेट्स तुहाडे कोल दो एग्जाम्पल लिखियां होईयां, तुसीं इहनूं एक बारी क्रैम कर लेना है। इस तो बाद जे तुहानूं वो पुछदा है कि नेम एनी टू कंटिजेंट लाइबिलिटीज़ तो कंटिजेंट लाइबिलिटी नीचे लिखियां हुई हैं। ये दो नाम थोड़े जे मुश्किल है पर तुसीं इहदी वर्डिंग एज सच एवें ही एक बारी क्रैम कर लेना है। इसदा मतलब तुहानूं मैं समझा दिंदा है। कंटिजेंट लाइबिलिटी की हुंदी है, जिवें मान लो कि फाइनैंशियल केसिस पेंडिंग अगेंस्ट द फर्म कि साडे फर्म दे साडे बिजनस दे अगेंस्ट किसी ने कोई पैसे संबंधी केस लगाया होया है जिहदा अजे फैसला नहीं आया, तो ये हो सकता है कि वो फैसला साडे हक विच ना आवे तो सानू कुछ पैसे की देनदारी पैदा हो सकती है। इस करके असीं उन्हें की लिखते हैं कंटिजेंट, पर यह पक्का नहीं पता कि देनदारी पैदा होएगी ही होएगी, ये नहीं भी हो सकती। ठीक है, इस करके इन्हें बैलेंस शीट तो बाहर रखा गया है। इसी तरह ही गारंटी गिवन टू द ऑन बिहाफ ऑफ अदर्स कि मान लो मैं किसी होर परसन दे या किसी होर बिजनस के बिहाफ से गारंटी देती। मान लो कि दूजे बिजनस ने कोई लोन लिया बैंक तो, पर वो गारंटी मैं देती कि हाँ ये वापस कर देगा। ठीक है, तब पर जेकर मान लो कि साल 2 साल बाद वो बिजनस डिफाल्टर हो जाता है, वो पैसे नहीं दिंदा, तो उस केस विच जिहड़ी देनदारी है वो मेरी बन जाएगी, बैंक के प्रति मैं जिम्मेवार हो जावांगा। ठीक है, तो पर यह हजे तक साडे कोल लाइबिलिटी पैदा होई नहीं, इस करके असीं इहनूं की है कंटिजेंट लाइबिलिटी गिन लैंदे हैं। तो स्टूडेंट्स अज तुसीं सारियां टर्म्स ध्यान नाल देख लेनी है। मान लो इस तरह तुहानूं पुछया कि 2 एसेट्स दसो, फिक्सड दसो या 2 करंट दसो या 2 कंटिजेंट 2 फिक्टिशियस दसो या 2 नॉन करंट लाइबिलिटी दसो, 2 करंट लाइबिलिटी दसो या 2 कंटिजेंट लाइबिलिटी दसो। या तुहानूं मैं क्वेश्चन इस तरह पूछ सकदा है कि जिहड़ी पब्लिक डिपोजिट है ये किस तरह की लाइबिलिटी है, तो तुसीं कहना है नॉन करंट। जे मैं उन्होंने कहां कि बैंक स्टॉक ये किस तरह की एसेट है, असीं कहांगे करंट। तो इत्थे जिन्नियां भी आइटम्स लिखी हैं इहदे विच हुण तुसीं सारा तो समझ चुके हो कि एसेट की है, लाइबिलिटी की है, फिक्सड की है, करंट की है, कंटिजेंट की है, फिक्टिशियस की है। इस तो इलावा मैं 3-4 टर्म्स दे विच तुहानूं थोड़ा जिहा होर ध्यान करवा दियां। तुसीं इत्थे देखो कई जगह असीं लिखिआ बैंक लोन, किते असीं लिखिआ इकल्ला बैंक, किते असीं लिखिआ बैंक ओवरड्राफ्ट। तो ये टर्म्स नूं जरूर ध्यान कर लेना है। बैंक कल्ले का मतलब हुंदा है कि जिहड़ा साडा पैसा बैंक दे विच जमा है असीं उहनूं कल्ला बैंक कह दिंदे हैं। ठीक है, तो इस तरह ही जदों असीं किसी बैंक तो लोन लिया हुंदा है असीं उहनूं की कहांगे बैंक लोन, की कहांगे बैंक लोन।
ਕਿ ਬੈਂਕ ਕੋਲੋਂ ਪੈਸਾ ਲਿਆ ਹੈ ਇਸ ਕਰਕੇ। ਤੇ ਇਸੇ ਤਰ੍ਹਾਂ ਹੀ ਮੰਨ ਲਓ ਅਸੀਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਹੈ, ਪਰ ਸਿੰਪਲ ਇਸ ਤਰ੍ਹਾਂ ਜਮ੍ਹਾਂ ਨਹੀਂ ਹੈ, ਅਸੀਂ ਉੱਥੇ FD ਕਰਾਤੀ, ਅਸੀਂ ਉੱਥੇ ਫਿਕਸਡ ਡਿਪੋਜ਼ਿਟ ਕਰਾਤਾ 2 ਸਾਲ ਵਾਸਤੇ ਜਾਂ ਸਾਲ ਵਾਸਤੇ ਜਾਂ ਸਾਲ ਤੋਂ ਜ਼ਿਆਦਾ ਟਾਈਮ ਵਾਸਤੇ। ਉਦੋਂ ਅਸੀਂ ਉਹਨੂੰ ਬੈਂਕ ਨਹੀਂ ਕਹਾਂਗੇ, ਉਦੋਂ ਅਸੀਂ ਉਹਨੂੰ ਕੀ ਕਹਾਂਗੇ, ਇਨਵੈਸਟਮੈਂਟ। ਕੀ ਕਹਾਂਗੇ, ਇਨਵੈਸਟਮੈਂਟ। ਇਸੇ ਤਰੀਕੇ ਨਾਲ ਹੀ ਇੱਥੇ ਜਿਹੜੀ ਟਰਮ ਆ ਗਈ ਬੈਂਕ ਓਵਰਡਰਾਫਟ। ਬੈਂਕ ਓਵਰਡਰਾਫਟ ਕੀ ਹੁੰਦੇ ਹੈ ਕਿ ਇਹ ਜਿਹੜੀ ਇੱਕ ਐਸੀ ਸੁਵਿਧਾ ਹੈ ਜਿਹੜੀ ਕਿ ਬੈਂਕ ਬਿਜ਼ਨਸਮੈਨ ਨੂੰ ਦਿੰਦਾ ਹੈ, ਜਿਸ ਦੇ ਮੁਤਾਬਿਕ ਬਿਜ਼ਨਸਮੈਨ ਦੇ ਜਿੰਨੇ ਪੈਸੇ ਬੈਂਕ ਵਿੱਚ ਜਮ੍ਹਾਂ ਹੈ ਉਹ ਉਸ ਤੋਂ ਵੱਧ ਪੈਸੇ ਬੈਂਕ ਵਿੱਚੋਂ ਨਿਕਾਲ ਸਕਦਾ ਹੈ, ਕਿਉਂਕਿ ਬੈਂਕ ਨੂੰ ਪਤਾ ਹੈ ਕਿ ਉਹ ਇੱਕ ਸਾਡਾ ਕਾਫੀ ਰੈਪਿਊਟਡ ਬਿਜ਼ਨਸਮੈਨ ਹੈ, ਸਾਡਾ ਕਲਾਇੰਟ ਹੈ, ਅਤੇ ਇਹਦੇ ਪੈਸੇ ਕਿਤੇ ਜਾਂਦੇ ਨਹੀਂ, ਤਾਂ ਉਹ ਅਲੱਗ-ਅਲੱਗ ਕਲਾਇੰਟਸ ਨੂੰ ਅਲੱਗ-ਅਲੱਗ ਲਿਮਿਟਸ ਤੱਕ ਐਕਸਟਰਾ ਪੈਸੇ ਨਿਕਾਲਣ ਦੀ ਇਜਾਜ਼ਤ ਦੇ ਦਿੰਦਾ ਹੈ, ਉਹਦੀ ਕ੍ਰੈਡਿਟ ਵਰਦੀਨੈਸ ਦੇ ਮੁਤਾਬਿਕ। ਤਾਂ ਇਹ ਸਾਰੀਆਂ ਟਰਮਸ ਨੂੰ ਅੱਜ ਤੁਸੀਂ ਬਹੁਤ ਧਿਆਨ ਨਾਲ ਦੇਖ ਲੈਣਾ ਹੈ। ਜਿੱਥੇ ਡਿਸਟਿੰਕਸ਼ਨ ਕਰਨੀ ਸੀ ਤੁਹਾਨੂੰ ਮੈਂ ਕਰਵਾ ਦਿੱਤੀ ਹੈ। ਓਕੇ ਸਟੂਡੈਂਟਸ।